श्री चरण कमलों च विराजमान गुरु प्यारी साध संगत, गुरुदेव जी की महान इनायत का सदका साढ़े सारियां दे सिर ते महरामतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शुरुआत करन दा बल भी साहिब जी ने नज़रे इनायत करदियां इस ब्रह्मंड दे महान पवित्र अस्थान गुरु हरकृष्ण साहिब जी का बैंगलो गुरुद्वारा श्री बंगला साहिब विखे प्रदान किया है। सतगुरु जी के दर तो निवाजे हुए कीर्तनियां तो बड़े प्रेम रस विच सर्वत्र आशा पूर्ण करनहार श्री आशा की वार दे कीर्तन आपने प्रेम सहित सरवण किते ने। फिर साहिब जी दे दर तो निवाजी हुई शख्सियत श्री मान सिंह साहिब ज्ञानी रणजीत सिंह जी हेड ग्रंथी गुरुद्वारा श्री बंगला साहिब जी तो श्री गुरु ग्रंथ साहब महाराज जी दे अमृत प्रवाह लड़ीवार चल रहे बचना का पाठ सरवण किया है और अज का जो संसार ते जिस वर्गा कोई युद्ध नहीं होया, जिस वर्गी कोई ठंडी रात नहीं हुई, जिस वर्गा कोई मुकाबला नहीं होया और जिस वर्गी कोई जित नहीं हुई, ते सारा कुछ सदके करके गुरु गोबिंद सिंह महाराज जी दे हृदय जो प्रसन्नता है वो प्रसन्नता भी किधरे नहीं हुई। महान लासानी कुर्बानी दिवस श्री चमकौर साहिब जी विखे गुरु के लालां दा शहादत दिवस उस बारे आप जी नाल उन्होंने जानकारी साझी की है। कुछ समा होर गुरुदेव पातशाह जी दे अमृत बचना दी विचार राही मन गुरु चरना नाल जुड़ सके, एकाग्रता अदब ते आनंद दी दात झोली च पै सके। इसलिए जितने माता भ्राता हाजरीन हाजरी भर रहे हो, पेशतर दोवां हत्थां नूं हिरदे दे सामने सत्कार सहित जोड़दियां होयां ऐसा गहराई तो महसूस करिए कि साडा सीस बाला प्रीतम गुरु हरकृष्ण साहिब जी दे मुबारक चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं प्रेममयी गलवकड़ी करदियां गुरु की अमृतमयी फतेह द्वारा सांझ बनाइए। वाहिगुरु जी का खालसा वाहिगुरु जी की फतेह। अज दे महाबोल रोम रोम तो गुरु के यश नूं वडियाई नूं समर्पित
ਔਰ ਗੁਰੂ ਦੀ ਵਡਿਆਈ ਦੀ ਮਹਾਨ ਰੌਸ਼ਨੀ ਨੂੰ ਸੰਸਾਰ ਨਾਲ ਸਾਂਝਾ ਕਰਨ ਵਾਲੇ ਪਟ ਜਨਾਂ 'ਚੋਂ ਪਟ ਕੀਰਤ ਜੀ ਦੇ ਅੰਮ੍ਰਿਤਮਈ ਬੋਲ ਹਨ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਇਹਨਾਂ ਮਹਾਂਬੋਲਾਂ ਦਾ ਪਾਠ ਸਰਵਣ ਕੀਤਾ ਹੈ, ਜਿਨ੍ਹਾਂ ਵਿੱਚ ਆਪ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਚ ਬੇਨਤੀਆਂ ਕੀਤੀਆਂ ਹਨ। ਤਰਲੇ ਦੇ ਰੂਪ ਵਿੱਚ ਇਹ ਬਚਨ ਨੇ, ਜਿਨ੍ਹਾਂ ਵਿੱਚ ਆਪ ਮਨ ਦੀ ਇਹ ਗਹਿਰੀ ਹਿਰਦੇ ਦੀ ਭਾਵਨਾ ਨੂੰ ਪ੍ਰਗਟ ਕਰਦਿਆਂ ਹੋਇਆਂ ਕਹਿੰਦੇ ਨੇ ਕਿ ਹੇ ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਸ਼ਰਨ ਪ੍ਰਾਪਤ ਹੋਵੇ। ਉਹ ਮਹਾਨ ਬਰਕਤਾਂ ਦੀ ਵਡਿਆਈ ਜੋ ਸੰਸਾਰ ਵਿੱਚ ਅੱਜ ਤੱਕ ਕਿਧਰੇ ਨਹੀਂ ਸੀ, ਉਹ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੀ ਮਿਹਰ ਸਦਕਾ ਆਪ ਜੀ ਦੇ ਹਿਰਦੇ 'ਚੋਂ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਜੀ ਦੀ ਮਿਹਰ ਸਦਕਾ। ਬੜੇ ਗਹਿਰੇ ਬੋਲ ਹਨ ਆਪ ਜੀ ਦੇ। ਨਾਨਕ ਨਾਮ ਨਿਰੰਜਨ ਜਾਣਿਓ, ਇਹ ਕਿਰਿਆਵਾਚਕ ਸ਼ਬਦ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰਵਉੱਚਤਾ ਜਾਣੀ ਤੇ ਸਰਵਉੱਚਤਾ ਦਰਸਾਈ ਪ੍ਰਭੂ ਦੇ ਨਾਮ ਦੀ। ਇਹ ਗੱਲ ਤਸਲੀਮ ਹੈ ਕਿ ਸੰਸਾਰ 'ਤੇ ਬਹੁਤ ਮਹਾਂਪੁਰਖ ਆਏ ਹਨ। ਵੱਖ-ਵੱਖ ਮੁਲਕਾਂ ਵਿੱਚ, ਵੱਖ-ਵੱਖ ਮਤਾਂ ਵਿੱਚ ਤੇ ਵੱਖ-ਵੱਖ ਵਿਚਾਰਧਾਰਾ ਉਹਨਾਂ ਨੇ ਪ੍ਰਗਟ ਕੀਤੀ ਔਰ ਸਬਦਾਈ ਸੰਸਾਰ ਨੂੰ ਯਥਾਵਤ ਲਾਭ ਹੋਇਆ, ਯਥਾ ਸ਼ਕਤ ਲਾਭ ਪ੍ਰਾਪਤ ਹੋਇਆ। ਜਾਂ ਇੰਝ ਕਹਿ ਲਓ, ਕਿਸੇ ਨੇ ਛੋਟਾ ਚਿਰਾਗ ਰੱਖਿਆ ਤੇ ਇੱਕ ਖਾਨਾ ਰੋਸ਼ਨ ਹੋ ਗਿਆ, ਇੱਕ ਘਰ, ਇੱਕ ਕਮਰਾ ਰੋਸ਼ਨ ਹੋ ਗਿਆ। ਕਿਸੇ ਨੇ 2-4 ਚਿਰਾਗ ਬਾਹਰ ਦੀਵਾਰਾਂ 'ਤੇ ਵੀ ਰੱਖ ਦਿੱਤੇ ਤੇ ਉਸ ਨਾਲ ਬੀਥੀ ਵੀ, ਗਲੀਆਂ ਵੀ, ਬਾਜ਼ਾਰ ਵੀ ਰੋਸ਼ਨ ਹੋਏ। ਪਰ ਸਹੀ ਮਾਇਨਿਆਂ ਵਿੱਚ ਧਾਰਮਿਕ ਜਗਤ ਨੂੰ ਜੇ ਦੇਖੀਏ ਤੇ ਜਿਨ੍ਹਾਂ ਨੇ ਸੂਰਜਵਤ ਸੰਸਾਰ ਨੂੰ ਚਾਨਣ ਪ੍ਰਦਾਨ ਕੀਤਾ, ਆਤਮ ਰੋਸ਼ਨੀ ਨਾਲ, ਆਤਮ ਪ੍ਰਕਾਸ਼ ਨਾਲ ਸਰਾਬੋਰ ਕੀਤਾ, ਉਹਨਾਂ ਦਾ ਨਾਮ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ। ਕਿਉਂਕਿ ਵਿਅਕਤੀ ਕਿਤਨਾ ਮਹਾਨ ਹੋਵੇ, ਉਹਦਾ ਨਾਮ ਕਿਤਨਾ ਮਹਾਨ ਹੋਵੇ, ਉਹ ਕੁਝ ਅਰਸੇ ਬਾਅਦ, ਕੁਝ ਸਦੀਆਂ ਬਾਅਦ ਮਨੁੱਖ ਦੇ ਮਾਨਸ ਪਟਲ ਤੋਂ ਵਿਲੁਪਤ ਹੋ ਜਾਂਦਾ ਹੈ, ਫਿਰ ਦਿਖਾਈ ਨਹੀਂ ਪੈਂਦਾ। ਪਰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਆਦਿ ਤੋਂ ਲੈ ਕੇ ਇਸ ਸੰਸਾਰ ਦੇ ਅੰਤ ਹੋਣ ਦੇ ਬਾਅਦ ਵੀ ਸਮਾਪਤ ਨਹੀਂ ਹੁੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਲਈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸੇ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ, ਆਖਿਆ ਉਸ ਨਾਲ ਹੀ ਜੁੜਨਾ ਹੈ। ਨਾਨਕ ਨਾਮ ਨਿਰੰਜਨ ਜਾਣਿਓ। ਨਿਰੰਜਨ ਦਾ ਭਾਵ ਹੈ ਜੋ ਕਾਲਖ ਰਹਿਤ ਹੈ, ਜਿਸ ਵਿੱਚ ਕਾਲਖ ਨਹੀਂ ਹੈ।
ਜੋ ਸ਼ਰਤ ਨਹੀਂ ਹੁੰਦਾ, ਜੋ ਹਮੇਸ਼ਾ ਰਹਿੰਦਾ ਹੈ, ਨਿਰਮਲ, ਉਜਲ ਤੇ ਪਵਿੱਤਰ ਹੈ। ਸੰਸਾਰ ਵਿੱਚ ਭਾਵੇਂ ਕਿਸੇ ਦਾ ਵੀ ਕੋਈ ਨਾਮ ਹੋਵੇ, ਜੀਵਨ ਵਿੱਚ ਖੂਬੀਆਂ ਤੇ ਖਾਮੀਆਂ ਵੀ ਦਿਖਾਈ ਪੈਂਦੀਆਂ ਹਨ। ਬੜਾ ਸੋਹਣਾ ਗੁਲਾਬ ਦਾ ਫੁੱਲ ਹੈ, ਮਹਿਕਦਾ ਹੈ, ਟਹਿਕਦਾ ਹੈ, ਖੂਬਸੂਰਤ ਹੈ, ਕੋਮਲ ਹੈ, ਔਰ ਆਪਣੀ ਮਹਿਕ ਨਾਲ ਮੁਅੱਤਰ ਕਰਦਾ ਹੈ, ਪਰ ਨਾਲ ਚੁਭਣ ਦੇਣ ਵਾਲੇ ਕੰਡੇ ਵੀ ਮੌਜੂਦ ਨੇ। ਦੁਨੀਆ ਵਿੱਚ ਕੋਈ ਨਾਮ ਲਵੋ ਤੇ ਫਿਰ ਕੋਈ ਨਾ ਕੋਈ ਦਾਗ ਦਿਖਾਈ ਪੈ ਜਾਂਦਾ ਹੈ, ਕਾਲਖ ਦਿਖਾਈ ਪੈ ਜਾਂਦੀ। ਅਗਰ ਕਾਲਖ ਰਹਿਤ ਨਿਰੰਜਨ ਕੋਈ ਨਾਮ ਹੈ ਤੇ ਪ੍ਰਮਾਤਮਾ ਦਾ ਹੀ ਨਾਮ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸੇ ਨਾਮ ਦਾ ਜ਼ਿਕਰ ਅੰਮ੍ਰਿਤਮਈ ਪ੍ਰਾਰੰਭਕ ਬੋਲਾਂ 'ਚ ਕੀਤਾ ਹੈ। ਇੱਕ ਓੰਕਾਰ ਸਤਨਾਮ। ਅਸਤਪਣਾ ਨਹੀਂ ਹੈ, ਕੋਈ ਖੋਟ ਨਹੀਂ ਹੈ, ਕੋਈ ਸ਼ਰਤ ਹੋਣ ਵਾਲੀ ਗੱਲ ਨਹੀਂ ਹੈ। ਜੋ ਸਦੀਵੀ ਸੀ, ਮੌਜੂਦ ਹੈ ਤੇ ਹਮੇਸ਼ਾ ਰਹੇਗਾ, ਉਹ ਨਾਮ ਪ੍ਰਮਾਤਮਾ ਦਾ ਨਾਮ ਹੈ। ਉਸ ਨੂੰ ਜਾਣਿਆ, ਉਸ ਨੂੰ ਮਾਣਿਆ, ਉਸ ਨੂੰ ਜਗਤ ਨਾਲ ਸਾਂਝਾ ਕੀਤਾ, ਜਣਾਇਆ ਤੇ ਮਾਣਨ ਦਾ ਵੱਲ ਸਮਝਾਇਆ। ਨਾਨਕ ਕੇ ਘਰ ਕੇਵਲ ਨਾਮ। ਇਸ ਲਈ ਤੁਹਾਨੂੰ ਸਤਿਗੁਰੂ ਜੀ ਦੇ ਸਰੀਰ ਦਾ ਕੋਈ ਚਿੱਤਰ ਨਹੀਂ ਮਿਲੇਗਾ। ਬਾਕੀ ਜੋ 6 ਗੁਰੂ ਜਾਮਿਆਂ ਨੇ, ਗੁਰੂ ਨਾਨਕ ਸਮੇਤ 6 ਗੁਰੂ ਜਾਮੇ ਤੇ ਬਾਕੀ ਦੇ 5 ਗੁਰੂ ਜਾਮੇ, ਜਿਨ੍ਹਾਂ ਨੇ ਬਾਣੀ ਸੰਸਾਰ ਤੇ ਪ੍ਰਗਟ ਕੀਤੀ ਹੈ, ਉਹਨਾਂ ਗੁਰੂ ਜਾਮਿਆਂ ਨੇ ਵੀ ਬਾਣੀ ਵਿੱਚ ਆਪਣਾ ਨਾਮ ਨਹੀਂ ਲਿਖਿਆ। ਇੱਕੋ ਹੀ ਨਾਮ ਚੱਲਦਾ ਰਿਹਾ, ਵੱਖਰੀ ਹੋਂਦ ਪ੍ਰਗਟ ਨਹੀਂ ਕੀਤੀ, ਵੱਖਰਾ ਕੋਈ ਚਿੱਤਰ ਨਹੀਂ ਬਣਾਇਆ ਤੇ ਵੱਖਰਾ ਕੋਈ ਨਿਸ਼ਾਨ ਤੇ ਵੱਖਰਾ ਕੋਈ ਅਸਥਾਨ ਨਹੀਂ ਬਣਾਇਆ। ਸਿਧਾਂਤ ਇੱਕੋ ਹੀ ਚੱਲਦਾ ਰਿਹਾ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਤੇ ਕਾਇਆ ਦਾ ਜ਼ਿਕਰ ਨਹੀਂ ਆਇਆ, ਕਿਉਂਕਿ ਕਾਇਆ ਕਿਧਰੇ ਅੰਜਨ ਸਹਿਤ ਹੋ ਸਕਦੀ ਹੈ ਤੇ ਜੁੜਨਾ ਨਿਰੰਜਨ ਨਾਲ ਹੈ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਬੜੇ ਪ੍ਰੇਮ ਸਹਿਤ ਤੇ ਬੜੇ ਧਿਆਨ ਨਾਲ ਉਸ ਦਾ ਜਪ ਕੀਤਾ, ਔਰ ਉਹ ਜਪ ਸੰਸਾਰ ਨਾਲ ਵੀ ਸਾਂਝਾ ਕੀਤਾ। ਮਹਾਰਾਜ ਜੀ ਦੀ ਪਹਿਲੀ ਬਾਣੀ ਦਾ ਨਾਮ ਹੀ ਜਪ ਹੈ। ਸ੍ਰੀ ਜਪਜੀ ਸਾਹਿਬ ਅਸੀਂ ਸਤਿਕਾਰ ਨਾਲ ਕਹਿੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤਮਈ ਪਹਿਲੀ ਬਾਣੀ ਦਾ ਨਾਮ ਹੀ ਜਾਪ ਹੈ। ਅਸੀਂ ਜਾਪ ਸਾਹਿਬ ਸਤਿਕਾਰ ਨਾਲ ਕਹਿੰਦੇ ਹਾਂ। ਸਾਡੇ ਨਿਤਨੇਮ ਦੀਆਂ 2 ਬਾਣੀਆਂ ਜਿਨ੍ਹਾਂ ਦਾ ਨਾਮ ਜਪ ਹੈ, ਜਾਪ ਹੈ, ਇੱਕੋ ਹੀ ਭਾਵ ਹੈ ਦੋਹਾਂ ਦਾ। ਤੁਸੀਂ ਕਦੀ ਮੂਲ ਮੰਤਰ ਦੇ ਅਰਥ ਜਾਪ ਸਾਹਿਬ ਜੀ ਦੇ ਪ੍ਰਾਰੰਭਕ ਬਚਨ ਨਾਲ ਮਿਲਾ ਕੇ ਪੜੋ। ਚੱਕਰ ਚਿਹੇ ਨਰ ਬਰਨ, ਜਾਤ ਅਰ ਪਾਤ ਨਹਿਨ ਜੈ। रूप रंग और रेख पेख को कह ना सकत के। अचल मूरत, अकाल मूरत या अचल मूरत एक कोई शब्द है। इस विच कोई वखरा अर्थ, कोई वखरा इस दे विच अक्स दिखाई नहीं पैंदा। अचल मूरत अनुभव प्रकाश अमितोज कहिजै। कोट इंद्र इंद्राण साहे सहान गणिजै। त्रिभुवन महीप सुर नर सुर नेत नेत बन तृण कहत। तब सर्वनाम कथै कवन कर्म नाम वर्णत सुमत। जो मूल मंत्र दे भाव ने उही इस पावन बाणी दे पहले बचन दे भाव ने।
अगे फिर इसे ही बचन की सारी व्याख्या है। अमान है, निधान है, अनेक हैं, फिर एक है। थोड़ा जिहा महाराज जी की असीस मिल जाए, अरदास करके प्रार्थना करके अपना आपा गुरु चरनां विच रखदे होया जे सिख बाणी पढ़दा है तो फिर भावें श्री गुरु ग्रंथ साहब महाराज जी की बाणी है, श्री गुरु गोबिंद सिंह महाराज जी की बाणी है, उस विचों निरंजन निरंकार दा झलक नहीं पैंदी, दीदार होंदा है। झलक पैनी होंदी है भी थोड़ा जिहा समा एक लश्कारा जिहा पिया ते फिर हनेरा हो गया, पर इत्थे परतख है, विराजमान है, मौजूद है। जय जय पेखों तै हजूर, दूर कतहो न जाई, रब रहया सरबत्तर में मन सदा त्याई। बड़े गहरे बोल ने सतगुरु जी के, जिन्हां बोलां नूं जिन्हां अवस्थावां दा जिक्र साहिब जी ने अमृत बाणी च कीता है, उन्हां नूं गुरु मेहर, गुरु असीस, गुरु अनुग्रहित कर देवे ते किरपा सदका माणिया जा सकदा है, पर बावजूद इस दे बयानिया नहीं जा सकता, इसनूं आख्या नहीं जा सकता। जे हों जाना आखा नाही, कहना कथन ना जाए। फिर उस नाल जो जज्बा पैदा होवे, उस नाल जो सुमत पैदा होवे, उस सुमत द्वारा किते हुए सारे काम ही महान होंदे। आप साहिबजादियां दा जीवन देखो, श्री गुरु गोबिंद सिंह महाराज जी का प्रकाशित जीवन देखो। जोगी अल्लाह यार खान ने सजदा करदिया होया ये बोल आखे, इंसाफ करे जी में जमाना तो यकीन है, कह दे गुरु गोबिंद का सानी ही नहीं है। जे कोई इंसाफ करे, बड़े लोगों ने इतिहास लिखिया है, उस विच अपना विचार पाया, उस विच अपनी सोच, अपना सिद्धांत पा दिता। इतिहास लिखिया है, इतिहास नाल इंसाफ नहीं किया। दुनिया दियां बड़ियां बड़ियां प्रसिद्ध कलमां ने इतिहास लिखे ने, इंसाफ नहीं किया। मैं अर्ज करा, बाकियां दी गल तां दूर रहन दिओ, असीं तां मुरीद ही गुरु पातशाह जी दे आ। साडा ते आद जुगाद दा मालक ही सतगुरु है। ते फिर देखना भला असीं सतगुरु जी दे सिद्धांत नाल कोई इंसाफ किता है? अपनी खुद दी गल, अपने खुद बारे मैं नहीं कहता किसी का नाम लवां, किसी नूं आखां। मैं खुद भी, आप खुद भी, खुद किसी दिन श्री गुरु गोबिंद सिंह महाराज जी दे बचन पढ़ना, उन्हां दे बच्चे सदके करन दी भावना वल देखना, ते फिर अपने जीवन वल देखना। बई कलगियां वालिया, बाकियां नूं असीं की कहना है? असीं तां खुद भी तेरी बख्शिश नाल इंसाफ नहीं किता। असीं तां खुद भी जो तू साडे लई कीता, असीं उस लई इंसाफ नहीं किता। असीं कबरां पूजण वाले, असीं माड़ियां पूजण वाले, ते असीं डर डर के सुप सुप के बैठण वाले। ते हे कलगीधर पातशाह, तू सानू निरंजन निरंकार दे नाम नाल जोड़ देता। तेरे वर्गा कोई जोड़न वाला भी नहीं है। ते हे प्रभु, तेरे वर्गा गुरु गोबिंद सिंह महाराज सानू प्रेम करने वाला भी कोई नहीं। ये गल ठीक है, संसारी रिश्तियां विच मां दे प्रेम दा
सदके होण दा बड़ा वड्डा स्थान, उस वर्गा होर कोई रिश्ता नहीं। पर सच जानना, मेरे साहिब कहते ने गुरु ने प्रभु ने सानू उस तो भी ज्यादा ममता लुटाई है, उस तो भी ज्यादा सदके जांदा है, उस तो भी ज्यादा प्रेम करदा है। गुसाई महिंडा इठड़ा अम अब्बे थावों मिठड़ा। कौन है संसार ते जिस दे सामने उस दे दो फरजंद अंजुमन, दो बच्चे वड्डे बच्चों दियां लाशां पईयां होवण ते आखे नहीं कपड़ा पाया जा सकता, क्योंकि बाकी जेड़े शहीद ने वह भी तो मेरे ही पुत्र ने, इतने तो कपड़े नहीं है कि सारियां ते पाए जाण। सारियां नूं तो उपर ओढ़न लई इस भयानक ठंड विच कंबल तक नसीब नहीं है, ते फिर जे सारियां वास्ते हुंदा ते मैं पा भी दिंदा। मैं अर्ज करना चाहता हाँ, देखना जे साडे घर विच सवेरे सवेरे कलगीधर पातशाह दे बख्शे हुए नूरानी दाड़े ते बेअदबी करदियां होइयां कैंचियां दिखाई पैंदियां ने, तो फिर तुसी सोचो असी किन्ना कि इंसाफ कीता है। असी शिकवा ते करदे हां, गुरु तू ऐ की कर दिता, मैनू तू की कर दिता, मेरा ऐ अरदास नहीं सुनी, ऐ कारज रास नहीं किता। पुरखा तू दस, तू गुरु नाल किहड़ा इंसाफ किता है। मड़ियां ते तू फिरदा है, ज्योतिषियां कोल तू फिरदा है, कबरां ते तू नक रगड़दा पिया, ते श्री गुरु गोबिंद सिंह साहिब जी दा नाम तेरे नाल सिंह लगदा है, ते फिर तू आखे भी मैं इंसाफ किता है। नितनेम तो बिना ही दिन शुरू हो जाता है, रह रास तो बिना ही रात शुरू हो जाती है, ते सारी जिंदगी बेअमरती लंघ जाती है। ते फिर असी कहने भी साडे नालों वड्डा सिख ही कोई नहीं। असी चंगे चंगे सियाणे सियाणे गुरसिखां ते तनज करते हैं। महाराज जी ने गुरु नानक देव साहिब जी का बचन आप रोज पढ़ते हो, पवन गुरु पानी पिता माता धरत महत। वड्डी मां धरती नूं क्या, इस ते अगर एक घाह दा तिनका भी पैदा होया ना ते वो सुक भी गया, ते सन्मान इतना करदी है कि बावजूद उहदे सुक जाण दे अपने मस्तक ते बिठा के रख दी है। मजाल है कदी दूर कर दिता होवे, जिवें कदी वाह वरोलियां दे चक्कर विच तिनका आखे मैं ते हुण आसमानी चढ़ गया, फिर भी जद डिगदा फिर संभाल लैंदी है, कहंदी नहीं है तो मेरा ही। एक घाह दे तिनके दा भी ये धरती मां होने के बावजूद सन्मान करती है, ते असी सन्मान योग शख्सियतां दा भी अपमान करते जिहड़ियां वाकई सन्मान योग ने। बड़े गुरु स्थान बनाए, लंगर चलाए, अमृत दी लहर चलाई, सन्मान योग उन्हां शख्सियतां दा भी असी अपमान करते हैं। साडे वड्डे तखत साहिबान ते विराजमान वड्डियां वड्डियां शख्सियतां महाराज जी दे कीर्तनीय विचारवान ये सन्मान योग हन, ते असी उन्हां दा भी अपमान करदे हां, ते फिर अपने आप नूं सिख समझदे हां। ते फिर दसो असी किहड़ा इंसाफ कीता। इंसाफ करे जी में जमाना तो यकीन है, कह दे गुरु गोविंद का सानी ही नहीं है। कहना पड़ेगा भाई हे कलगीधर पातशाह, तेरी बराबरी दा मेरे जीवन च होर कोई नहीं, मेरे वास्ते सब कुछ तू है,
ਤੇ ਮੈਂ ਤੈਨੂੰ ਸਮਰਪਿਤ ਹਾਂ। ਪਰ ਹੋਏਗਾ ਤਾਂ ਹੀ ਸਾਧ ਸੰਗਤ ਉਹ ਨਿਰੰਜਨ ਨਾਮ ਨੂੰ ਜਾਣ ਸਕੀਏ। ਨਾਨਕ ਨਾਮ ਨਿਰੰਜਨ ਜਾਣਿਓ। ਇਸ ਜਾਣਿਓ ਸ਼ਬਦ ਦੇ ਨੰਨੇ ਨਾਲ ਯਕਸ਼ ਚਿੰਨ੍ਹ ਲੱਗਿਆ ਹੋਇਆ, ਅੱਧਾ ਯਈਆ ਕਹਿ ਲਓ। ਜਦ ਇਸ ਤਰ੍ਹਾਂ ਆਉਂਦਾ ਤਾਂ ਇਸ ਵਿੱਚ ਦੋ ਮਾਤਰਾ ਦਾ ਪ੍ਰਗਟਾਵਾ ਹੁੰਦਾ, ਈੜੀ ਸਿਹਾਰੀ ਤੇ ਐੜਾ ਮੁਕਤਾ। ਇਹ ਜਿਹੜੇ ਸਵਈਏ ਚੱਲ ਰਹੇ ਨੇ ਭੱਟ ਜਨਾਂ ਦੇ, ਇਹਨਾਂ ਵਿੱਚ ਤੁਸੀਂ ਦੇਖੋਗੇ ਇਹ ਸ਼ਬਦ ਬੜਾ ਗਹਿਰਾ। ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਏ। ਬੜੇ ਗਹਿਰੇ ਬਚਨ ਹਨ ਮੇਰੇ ਪਾਤਸ਼ਾਹ ਜੀ ਦੇ। ਸਤਿਗੁਰੂ ਜੀ ਨੂੰ ਇਹ ਬੋਲ ਭਾ ਗਏ ਤੇ ਉਹਨਾਂ ਨੇ ਆਪਣੇ ਬਰਾਬਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਚੜ੍ਹਾ ਦਿੱਤੇ, ਦਰਜ ਕਰ ਲਏ, ਸਨਮਾਨ ਦੇ ਦਿੱਤਾ। ਇਹਨਾਂ ਸ਼ਬਦਾਂ ਨੂੰ ਦੇਖੋਗੇ ਅਸੀਂ ਆਮ ਕਰਕੇ ਕਹਿ ਦਿੰਦੇ ਹਾਂ ਵੀ ਇਹ ਬਾਣੀ ਭੱਟਾਂ ਦੇ ਸਵਈਏ ਹੈ। ਇਹ ਠੀਕ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ, ਪਰ ਸਵਈਆਂ ਦੀਆਂ ਵੱਖ-ਵੱਖ ਕਿਸਮਾਂ ਨੇ। ਇਹ ਬੜਾ ਖਾਸ ਕਰਕੇ ਭਾਰਤੀ ਸਾਹਿਤ ਵਿੱਚ ਇਹ ਛੰਦ ਬੜਾ ਮਕਬੂਲ ਹੈ, ਇਹ ਬੜਾ ਪ੍ਰਵਾਨ ਹੈ। ਇਹਦੇ ਅਨੇਕਾਂ ਹੀ ਰੂਪ ਨੇ, ਕੋਈ 30 ਤੋਂ ਜ਼ਿਆਦਾ ਸਵਈਏ ਦੇ ਵੱਖ-ਵੱਖ ਰੂਪ ਸਾਡੇ ਪੜ੍ਹਨ ਵਿੱਚ ਆਏ। ਸਿੱਖ ਰੋਸ਼ਨ ਦਿਮਾਗ ਵਿਦਵਾਨਾਂ ਨੇ ਪ੍ਰਵਾਨ ਕੀਤੇ ਨੇ। ਉਹਦੇ ਵਿੱਚ ਵੱਖ-ਵੱਖ ਨਾਮ ਹਨ। ਬੀਰ ਹੈ ਸਵਈਆ, ਇੱਕ ਦਾ ਨਾਮ ਬਾਣ ਸਵਈਆ ਹੈ, ਇੱਕ ਦਾ ਨਾਮ ਇਸੇ ਤਰ੍ਹਾਂ ਸੌਮਿਆ ਸਵਈਆ ਹੈ, ਫਿਰ ਇਸੇ ਤਰ੍ਹਾਂ ਮੱਲ, ਮੱਲਿਕਾ ਆਦਿਕ ਸਵਈਆਂ ਦੇ ਨਾਮ ਨੇ। ਉਹਨਾਂ ਦੀ ਸੰਦਾਬੰਦੀ ਦੀ ਚਾਲ ਹੈ। ਪਰ ਇਹ ਜੋ ਮੁਬਾਰਕ ਸਵਈਆ ਜਿਸ ਦਾ ਅੱਜ ਆਪ ਜੀ ਨੇ ਮਾਨਨੀय ਸਿੰਘ ਸਾਹਿਬ ਜੀ ਤੋਂ ਪਾਠ ਸਰਵਣ ਕੀਤਾ ਹੈ, ਇਸ ਨੂੰ ਦੰਡ ਕਲਾ ਕਹਿੰਦੇ। ਇਸ ਸੰਦ ਦਾ ਨਾਮ ਦੰਡ ਕਲਾ। ਦੰਡ ਕਲਾ ਸਵਈਏ ਦੇ 4 ਚਰਨ ਹੁੰਦੇ ਨੇ ਤੇ ਹਰ ਚਰਨ ਵਿੱਚ 32 ਮਾਤਰਾ ਹੁੰਦੀਆਂ ਨੇ। ਮਾਤਰਿਕ ਵੀ ਨੇ, ਉਹ ਗਣਕ ਵੀ ਨੇ। ਇਹ ਸਾਹਿਤਕ ਰੁਚੀ ਰੱਖਣ ਵਾਲੇ ਲੋਕ ਜਾਣਦੇ ਨੇ ਵੀ ਗਣਕ ਤੇ ਮਾਤਰਿਕ ਸੰਦਾਂ ਦਾ ਕੀ ਭੇਦ ਹੁੰਦਾ। ਇਹ ਸਾਰਾ ਸਾਨੂੰ ਸਮਝਣ ਦੀ ਲੋੜ ਹੈ। ਸਤ ਜਾਣਨਾ, ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ ਦੁਨੀਆ ਤੇ ਕੋਈ ਅਸਥਾਨ ਨਹੀਂ ਹੈ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀ ਗਹਿਰੀ ਸਾਹਿਤਕ ਬਰਕਤ ਵੀ ਦੁਨੀਆ ਤੇ ਕੋਈ ਨਹੀਂ ਹੈ। ਭਾਵੇਂ ਦੇਖ ਲੈਣਾ ਪੜ੍ਹ ਕੇ। ਹੁਣ ਅਸੀਂ ਨਾ ਦੇਖੀਏ ਨਾ ਪੜ੍ਹੀਏ, ਇਹ ਗੱਲ ਵੱਖਰੀ ਹੈ। ਉਹ ਸਾਡਾ ਆਪਣਾ ਚੁਣਾਵ ਹੈ, ਅਸੀਂ ਪੜ੍ਹਨਾ ਹੈ ਕਿ ਨਹੀਂ ਪੜ੍ਹਨਾ। ਪਰ ਹਾਂ, ਜੇ ਕੋਈ ਇਸ ਤਰ੍ਹਾਂ ਇੱਕ ਇੱਕ ਅੱਖਰ ਦਾ ਸੰਦਾਬੰਦੀ ਦਾ ਦੀਦਾਰ ਕਰਦਾ ਤੇ ਫਿਰ ਉਸ ਨੂੰ ਉਹਨਾਂ ਵਾਸਤੇ ਇਹ ਸ਼ਬਦ ਆਉਂਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੜੀ ਵੱਡੀ ਤਪੱਸਿਆ ਹੈ, ਛੋਟੀ ਜਿਹੀ ਗੱਲ ਨਹੀਂ ਹੈ। ਬੜੀ ਮਿਹਰ ਹੋਵੇ, ਬਖਸ਼ਿਸ਼ ਹੋਵੇ ਤਾਂ ਸਮਝ ਆਵੇਗੀ। ਆਪ ਦੇਖੋਗੇ ਇਹ 32 ਮਾਤਰਕ ਸੰਦ ਹੈ, ਸਵਈਆ ਹੈ। 16 ਮਾਤਰਾ ਤੇ ਇਹਦਾ ਵਿਸਰਾਮ ਹੈ। ਤੇ ਇਸ ਸਵਈਏ ਦੀ ਜਿਹੜੀ ਕਿਸਮ ਹੈ ਉਸ ਦਾ, ਇਸ ਸੰਦ ਦਾ ਨਾਮ ਦੰਡ ਕਲਾ ਸਵਈਆ ਹੈ। ਆਪ ਪੜ੍ਹੋਗੇ ਤੇ ਆਨੰਦਿਤ ਹੋਵੋਗੇ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪ੍ਰੇਮ ਨਾਲ ਭਰਿਆ ਹੋਇਆ। ਬੜੇ ਬੜੇ ਪ੍ਰੇਮੀਆਂ ਦਾ ਜ਼ਿਕਰ ਹੈ, ਕਿਸੇ ਕਹਾਣੀਆਂ, ਮੂਵੀਆਂ, ਨਾ ਜਾਣੇ ਕਿਆ ਕਿਆ। ਇੱਕ ਅੱਜ ਕੱਲ੍ਹ ਵਾਧੂ ਹੀ ਆਕਰਸ਼ਿਤ, ਵਿਪਰੀਤ ਦੇ ਆਕਰਸ਼ਣ ਨੂੰ ਹੀ ਪ੍ਰੇਮ ਆਖੀ ਜਾਂਦੇ ਨੇ। ਇਹ ਪ੍ਰੇਮ ਸ਼ਬਦ ਦਾ ਸਭ ਤੋਂ ਵੱਡਾ ਅਪਮਾਨ ਹੈ। ਪ੍ਰੇਮ ਸ਼ਬਦ ਦੀ ਬੇਅਦਬੀ ਹੈ, ਪ੍ਰੇਮ ਭਾਵ ਦੀ ਬੇਅਦਬੀ ਹੈ। ਬਈ ਕਿਸੇ ਵਿਪਰੀਤ ਦੇ ਆਕਰਸ਼ਣ ਨੂੰ, ਇਹਦਾ ਸਹੀ ਨਾਮ ਵਾਸਨਾ ਹੈ ਤੇ ਇਸ ਨੂੰ ਪ੍ਰੇਮ ਦਾ ਲਕਬ ਦੇ ਦੇਣਾ।
प्रेम दे बस्तर पहना देने। संसार ते प्रेम करने वाला इक्को ही होया है, ते उस महान प्रेमी दा नाम है धन गुरु गोबिंद सिंह जी महाराज, जिन्हां ने प्रेम चा के अपना सारा कुछ ही सदके कर दिता। मुक्तसर मैं गुजारिश करना चाहता, जब आप जैसे प्यार भरिया हिरदा रखण वाले गुरसिखा ने, मातावां ने महाराज जियां ते बचन प्रसन्न रूप च रखिया। महाराज तुसी एक भी नहीं बचाया, चार दे चार ही सदके कर दिते, एक तां बचा लैंदे। महाराज आखण लगे, एक ही आखदे पए हो तुसी मैनू चार शहीद हो चुके पुत्रां दा ही पिता मनदे हो। मैं ते तुहानू सारिआं नू अपने पुत्र बनाया है, ते मैं ते बहुत भागशाली पिता हाँ। मैं तां वो चार पुत्र तुहाडे सिर तो वारने कर दिते ने। साडे परिवारां विच जब कोई खुशी का समा हुंदा है ना, कोई बच्चे का जन्म होए, कोई विआह होए, तो थोड़ा जिहा धन उन्हां तो सदके कर देंदे, 2-4 रुपए 10 रुपए अपने अपने वित्त मुताबक बजुर्ग उन्हां दे सिर तो वारदे ने। उन्होंने सिर वारना कहते बई असी वो वार के किसी नूं दे दिता, किसी लोड़वंद दी झोली च पा दिता। महाराज आखण लगे, उन्हां दा कितना वड्डा फरमान है, सुनना ते फिर सोचना भी असी कितना इंसाफ किया है। उन्हां दी भावना नाल, उन्हां दे साडे तो सदके जाण वाले प्रेम नाल, उन्हां दे हिरदे नाल, उन्हां दे सिद्धांत नाल असी कितना न्याय किया है, कितना क इंसाफ किया है। साडे बच्चे केस कटा के आ जाते ने ते असी कहने जी की करिए, घर ते रखना ही पैना है, घरों तो कढ़िया नहीं जा सकता। श्री गुरुदेव गुरु हरराय साहब जी ने, तुसी देखिया है ना, राम राय नूं किन्ना कु घर रखिया सी, प्रीति चंद नूं किन्ना कु घर रखिया, और इस तरह सिद्धांत नाल चले। जे बाबा गुरदित्ता जी कोलों गऊ जिंदा हो गई ते गुरु हरगोबिंद साहब जी ने कहा, तुसी ते अजकल वड्डे वड्डे काम करन लग पे, अपने प्राण देने पैंदे ने। बाबा अटल राय जी नूं यही बोल आखे कि हुण ऐसे शरीर की लोड़ नहीं है जिथे कोई रजा विच खलल पिया होवे, और उन्होंने भी मन्निया, आख्या खेल विच हो गया जो आप दा बचन है, दूजा बचन नहीं कीता सी बाबा अटल राय जी। ते असी अपनियां गल्लां बनाईयां होईयां, साडे अपने अपने सिद्धांत ने, साडे अपने अपने स्वार्थ ने, साडी अपनी अपनी सत्ता ते सिंघासन ने। साडे कोल गुरु दे सिद्धांत लई इंसाफ करन दा समा ही किथे, असी करदे ही नहीं है। महाराज आखण लगे, चार शहीद हो गए पुत्रां दा ही मैनू पिता समझदे हो, मैं ते तुहानू सारिआं नू ही अपना पुत्र समझिया है, और समझिया नहीं हैगे हो, तुहाडे तां सिर तो मैं अपना सारा कुछ पुत्रां समेत सिरवारने करके लोड़वंदां नू दे दिता। मैं सदके कर देता इन पुत्रन के शीस पे, वार दिए सुत चार, चार मोए तो क्या पया, जीवत लाख हजार। कई हजार भी शब्द है कहा। ऐ मेरे लखां जिउंदे पुत्र ने, फिर किन्ना मान। आख्या औरंगजेब किधरे ना समझना कि तू मेरे 4 सोने दे प्याले तोड़ के उन्हां दा मुल घटा दिता है। श्री मुखवाक पातशाही 10वीं जफरनामा, चिहा सुध के चू बचगा कुश्ता चार, के बाकी बमादस्त पेचीदा हमार, संगे बदगो गर अगर
कासाए जरी सिकंद, कीमते संग निफजाए व जर कम न शबद। तू अपने सत्ता दे भारी भरकम पत्थर नाल मेरे 4 सोने दे प्याले तोड़ दिते ने, ते मैं तेनू कहना चाहता हाँ, तू ध्यान दे इस गल वल बई तेरा पत्थर मेरे 4 सोने दे प्यालियां नू तोड़ के भी कोई अपना मुल वधाण च सफल नहीं होया, कोई अपना सन्मान वधाण च सफल नहीं होया, कोई अपना भार घटाउण च सफल नहीं होया। तेरा पत्थर फिर पत्थर है, ते मैं तेनू ये भी दस देवां, तेरे पत्थर दा वजूद मुक जाएगा, इहदा मुल मुक जाएगा, पर मेरे सोने दे प्यालियां दा मुल वधदा ही जाएगा। ये घटना नहीं। संगे बदगो, बदगो कहंदे ने बद कलाम, ए बद कलाम पत्थर वर्गा हिरदा रखण वाले औरंगजेब, तू ध्यान नाल सुण, तू ध्यान नाल सुण। संगे बदगो गरागर कासाए जरी सिकंद, सिकंद ओनू तोड़ देना, टुट भन देना। संगे बदगो गरागर कासाए जरी सिकंद, कीमते संग निफजाए। तेरे पत्थर की कीमत विच कीमत अफजाई नहीं हुई, कोई मुल विच वाधा नहीं होया। व जर कम ना शबद, ते मेरे टुटे हुए प्याले भी सोना ने। सच जानना असी भी उही सोना बनना, तां ही असी इंसाफ कर सकते हैं। महाराज जी दे उस दृश्य में भी जोगी अल्लाह यार खान दे बोल सामने आ जान। उन्हें लिखा दोपहर बीती रात जब जिक्र खुदा में नाम जपदिया होया, शुकराने करदिया होया, दोपहर रात लंघ गई। भिज के आए सन ठंड विच, सुन होण दी हालत विच शरीर सन। दो जंग दा बेतहाशा खतरा सी, ते फिर भी जिक्र खुदा दा चलदा रहा। ऐ हुंदी है गल, उन्हां वर्गा प्रेम करने वाला कोई है ही नहीं। ताई आप कहते ने साच कहो सुन लो सब है, जिन प्रेम कियो ते नहीं प्रभ पाया। प्रेम नाल परमात्मा प्राप्त होंदा है, पर साडा प्रेम तां पत्थरां नाल हैगा है, साडा प्रेम तां मालो जर नाल हैगा है। इस प्रेम नाल परमात्मा प्राप्त नहीं होंदा, उस प्रेम नाल परमात्मा प्राप्त होंदा है, बल्कि प्राप्त नहीं होंदा। प्रेम करने वाला हिरदा ही परमात्मा हो जाता है, जिस प्रेम का जिक्र गुरु गोबिंद सिंह महाराज करते हैं, जो उन्होंने करके दिखाया। आख्या मेरा सब कुछ थोड़े तो सदके, तां ये बोल आखे ने जिन प्रेम कियो तिन ही प्रभ पायो। साडा प्रेम तो धड़िया नाल है, धर्म नाल किदन सी। थोड़ा जिहा अज धन धन बाबा अजीत सिंह जी, बाबा जुझार सिंह जी की शहादत का दिन है। उन्होंने शहादत नूं नतमस्तक होंदिया होया उन्होंने विचार आकार ते उन्होंने व्यवहार नूं अपनी सोच विच थोड़ा जिहा टाइम देना, ते फिर देखना कि असी वारां तां गा लईआं, इकट्ठे भी हो गए, जयकारे भी लाए, पर बाबा अजीत सिंह जी असी थोड़ी कुर्बानी नाल इंसाफ तां नहीं कीता। असी बाबा जुझार सिंह जी थोड़ी शहादत नूं शबद ते बड़े समर्पित कीते, पर थोड़ी शहादत नूं शुद्ध हिरदा ते समर्पित नहीं कीता। ते जे हो गया फिर सफल हो गया। ये प्रेम की खेड है। कीनी भगत प्रेम लिव लाई, दोपहर बीती रात जब जिक्र खुदा में खेमे से बाहर आ गए, सरकार हवा में। फिर सोचने लगे कल 4 थे, आज 2 हैं, शहर ये भी ना होंगे, मैं शुक्र करूंगा कि जब ये भी ना होंगे। मेरा शुकराना उदों भी बनया रहेगा। ए प्रेम होंदा है, ये नहीं
ਬਈ ਮਾੜਾ ਜਿਹਾ ਝੱਗਾ ਪਾਟਾ ਤੇ ਰੌਲਾ ਪਾ ਦਿੱਤਾ, ਮਾੜਾ ਜਿਹਾ ਕੰਡਾ ਚੁੱਭਿਆ ਤੇ ਰੌਲਾ ਪਾ ਦਿੱਤਾ। ਗੁਰੂ ਨੇ ਸਾਨੂੰ ਕੀ ਦਿੱਤਾ ਹੈ? ਪੁਰਖਾ ਤੇਰੇ ਕੋਲ ਸਮਝ ਹੋਵੇ ਤੇ ਤੈਨੂੰ ਪਤਾ ਲੱਗੇ ਕਿ ਤੈਨੂੰ ਹੀ ਨਹੀਂ ਦਿੱਤਾ। ਆ ਭਾਰਤ ਵਿੱਚ ਜੋ ਮੰਦਰਾਂ ਦੇ ਗੁੰਮਦ ਨੇ ਸੋਹਣੇ ਸੋਹਣੇ, ਰੋਜ਼ਾਨਾ ਆਰਤੀ ਹੁੰਦੀ ਹੈ, ਪੂਜਾ ਅਰਚਨਾ ਹੁੰਦੀ ਹੈ, ਇਹਨਾਂ ਦੀ ਆਜ਼ਾਦੀ ਵੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ, ਹੋਰ ਕਿਸੇ ਨੇ ਨਹੀਂ ਦਿੱਤੀ, ਹੋਰ ਕਿਸੇ ਕੋਲ ਨਹੀਂ ਸੀ। ਸਨਮਾਨ ਦਿੱਤਾ। ਇਹ ਤੁਸੀਂ ਦੇਖੋ ਕਾਸ਼ੀ ਵਿਸ਼ਵਨਾਥ ਮੰਦਿਰ ਬਣਿਆ, ਇਹ ਥੋੜ੍ਹੇ ਦਿਨ ਪਹਿਲਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹਦਾ ਕੋਰੀਡੋਰ ਖੋਲ੍ਹਿਆ। ਸਭ ਤੋਂ ਪਹਿਲਾਂ ਇਸ ਮੰਦਿਰ ਨੂੰ 1700 ਕਿਲੋ ਸੋਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਭੇਟ ਕੀਤਾ, 17 ਕੁਇੰਟਲ। ਤੁਸੀਂ ਉਸ ਨੂੰ ਦੇਖ ਲੈਣਾ, 1700 ਕਿਲੋ। ਕਾਰਨ ਕੀ ਹੈ? ਕਿ ਸਭ ਧਰਮ ਸਥਾਨਾਂ ਲਈ ਸਨਮਾਨ ਹੈ, ਪ੍ਰੇਮ ਹੈ। ਮੈਂ ਅਰਜ਼ ਕਰਾਂ, ਅਸੀਂ ਹਰ ਧਰਮ ਦਾ ਦਿਲੋਂ ਸਨਮਾਨ ਕਰਦੇ ਹਾਂ। ਦੂਜੇ ਦਾ ਧਰਮ ਬਚਾਉਣ ਲਈ ਅਸੀਂ ਚਾਂਦਨੀ ਚੌਕ ਵਿੱਚ ਆਰੇ ਦੇ ਥੱਲੇ ਖੜੇ ਹੁੰਦੇ ਹਾਂ, ਦੇਗਾਂ ਦੇ ਉਬਾਲਿਆਂ ਤੇ ਅਸੀਂ ਆਪ ਉਬਲਦੇ ਹਾਂ, ਰੂਹ ਵਿੱਚ ਵੱਜ ਕੇ ਸੜ ਜਾਂਦੇ ਹਾਂ, ਸਿਰ ਉਤਰਵਾ ਲੈਂਦੇ ਹਾਂ, ਕਿਉਂਕਿ ਅਸੀਂ ਦਿਲੋਂ ਮਨੁੱਖਤਾ ਦਾ ਸਨਮਾਨ ਕਰਦੇ ਹਾਂ ਔਰ ਕਰਦੇ ਰਵਾਂਗੇ। ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਦਾ ਨਾਮ ਰਹੇਗਾ, ਜਿੰਨਾ ਚਿਰ ਦੁਨੀਆ ਤੇ ਇੱਕ ਵੀ ਸਿੱਖ ਰਹੇਗਾ, ਕਲਗੀਧਰ ਦੇ ਪ੍ਰੇਮ ਦੀ ਧਾਰਾ ਉਸ ਦੇ ਰੋਮ ਰੋਮ ਚੋਂ ਪ੍ਰਗਟ ਹੁੰਦੀ ਰਹੇਗੀ। ਅਸੀਂ ਧਰਮ ਅਸਥਾਨਾਂ ਦਾ, ਦੁਨੀਆ ਦੇ ਧਰਮ ਦਾ ਔਰ ਧਾਰਮਿਕ ਇਨਸਾਨਾਂ ਦਾ ਦਿਲੋਂ ਸਨਮਾਨ ਕਰਦੇ ਹਾਂ ਤੇ ਕਰਦੇ ਰਹਾਂਗੇ। ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀਆਂ ਆਂਦਰਾਂ ਦਾ ਜਨੇਊ ਹੈ ਤੇ ਤਿਲਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਖੂਨ ਦੀ ਲਾਲੀ ਹੈ। ਕੋਈ ਖਤਰਾ ਨਹੀਂ, ਮਿਟ ਨਹੀਂ ਸਕਦਾ। ਤੇ ਮੈਂ ਅਰਜ਼ ਕਰਾਂ, ਇਹ ਜਿਹੜੇ ਬੇਅਦਬੀਆਂ ਕਰਦੇ ਫਿਰਦੇ ਨੇ ਨਾ, ਇਹਨਾਂ ਨੂੰ ਕਿਤੇ ਹਿੰਦੂ ਨਾ ਸਮਝ ਲੈਣ। ਇਹ ਹਿੰਦੂ ਧਰਮ ਨਾਲ ਜੁੜੇ ਹੋਏ ਲੋਕ ਹੀ ਨਹੀਂ, ਮੁਸਲਿਮ ਨਾ ਸਮਝ ਲੈਣਾ। ਇਹ ਕੁਰਾਨੇ ਪਾਕ ਦੀ ਸਿੱਖਿਆ ਨਾਲ ਇਹਨਾਂ ਦਾ ਨਾਤਾ ਹੀ ਕੋਈ ਨਹੀਂ ਹੈ। ਇਹਨਾਂ ਨੂੰ ਹੋਰ ਕੁਝ ਨਾ ਸਮਝਣਾ। ਇਹ ਨਾ ਧਾਰਮਿਕ ਨੇ, ਨਾ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਹੈ। ਕਹਿਣਾ ਪਵੇਗਾ ਇਹਨਾਂ ਚੋਂ ਨਾ ਕੋਈ ਇਨਸਾਨ ਹੈ, ਬਲਕਿ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਉਹ ਕੋਈ ਸ਼ੈਤਾਨ ਹੈ। ਤੇ ਸ਼ੈਤਾਨ ਦਾ ਸੰਸਾਰ ਤੇ ਰਹਿਣ ਦਾ ਲਾਭ ਕੋਈ ਨਹੀਂ ਹੁੰਦਾ। ਇਹ ਕਰਨਗੇ, ਇਹ ਕਰਦੇ ਰਹੇ ਹਨ, ਇਹਨਾਂ ਨੇ ਕਰਦੇ ਰਹਿਣਾ ਹੈ। ਔਰੰਗਜ਼ੇਬ ਨੇ ਕਿਤਨਾ ਵੱਡਾ ਅਪਮਾਨ ਕੀਤਾ, ਅੱਜ ਚਾਂਦਨੀ ਚੌਕ ਤਾਂ ਮੌਜੂਦ ਹੈ, ਪਰ ਮੈਂ ਅਰਜ਼ ਕਰਾਂ, ਔਰੰਗਜ਼ੇਬ ਦਾ ਕਿੱਥੇ ਸਿੰਘਾਸਣ? ਲੱਭੋ, ਨਹੀਂ ਮਿਲੇਗਾ, ਕਿਉਂਕਿ ਪ੍ਰੇਮ ਨਹੀਂ ਹੈ, ਸਵਾਰਥ ਹੈ। ਆਪਣੀ ਰਾਜ ਦਾ ਉਹਦੇ ਅੰਦਰ ਲੋਭ ਸੀ ਤੇ ਆਪਣੇ ਪਰਿਵਾਰ ਨੂੰ ਉਹਨੇ ਵੀ ਮਾਰਿਆ ਹੋਇਆ, ਖਤਮ ਕੀਤਾ ਹੋਇਆ, ਤੇ ਪਰ ਲੋਭ ਵਿੱਚ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਨਾਮ ਨਾਲ ਜੁੜਿਆ ਹੋਇਆ ਮਨੁੱਖ ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਭਾਈ ਲਹਿਣਾ ਜੀ ਹੈ ਤਾਂ ਇੱਕ ਬਹਾਓ ਦੀ ਤਰ੍ਹਾਂ ਸਨ, ਹਿਰਦਾ ਚੰਗਾ ਸੀ, ਧਾਰਮਿਕ ਲੋਕਾਂ ਦਾ ਸੰਗ ਲੈ ਕੇ ਧਰਮ ਅਸਥਾਨਾਂ ਤੇ ਜਾਂਦੇ ਸਨ, ਚੰਗਾ ਹਿਰਦਾ ਸੀ, ਪਰ ਸਾਗਰ ਤੱਕ ਨਹੀਂ ਸੀ ਪਹੁੰਚਿਆ। ਜਿਵੇਂ ਹਰ ਦਰਿਆ, ਹਰ ਸਰਾ, ਹਰ ਨਦੀ ਨਾਲਾ ਸਾਗਰ ਤੱਕ ਪਹੁੰਚ ਜਾਏ ਨਾ, ਤੇ ਸਾਗਰ ਉਛਲ ਕੇ ਸਵਾਗਤ ਕਰਦਾ ਹੈ। ਜਦ ਧਾਰਮਿਕ ਜਗਤ ਦੇ, ਆਤਮ ਜਗਤ ਦੇ, ਪ੍ਰੇਮ ਜਗਤ ਦੇ ਸਾਗਰ ਦੇ ਕਿਨਾਰੇ, ਉਸ ਸਾਗਰ ਦਾ ਨਾਮ ਗੁਰੂ ਨਾਨਕ ਹੈ। ਸ੍ਰੀ ਕਰਤਾਰਪੁਰ ਸਾਹਿਬ ਭਾਈ ਲਹਿਣਾ ਪਹੁੰਚੇ ਤਾਂ ਉਹ ਸਾਗਰ ਦੀਆਂ ਪ੍ਰੇਮ ਲਹਿਰਾਂ ਉਛਲੀਆਂ, ਤੇ ਉਛਲ ਕੇ ਬਾਹਰ ਖੂਹ ਤੇ ਆ ਮਿਲੇ ਤੇ ਆਖਿਆ, ਮੈਨੂੰ ਘੋੜੇ ਦੀ ਵਾਗ ਪਕੜਾ, ਜਿੱਥੇ ਤੂੰ ਆਇਆ ਤੈਨੂੰ ਮੈਂ ਲੈ ਕੇ ਚੱਲਦਾ। ਇਹੋ ਜਿਹਾ ਕੋਈ ਸਾਗਰ ਨਹੀਂ। ਉਹ ਪ੍ਰੇਮ ਦਾ ਸਾਗਰ, ਉਹ ਦਇਆ ਦਾ ਸਾਗਰ, ਉਹ ਆਨੰਦ ਦਾ ਸਾਗਰ, ਉਹ ਨਾਮ ਦਾ ਸਾਗਰ ਗੁਰੂ ਨਾਨਕ ਨੇ ਪ੍ਰਗਟ ਕੀਤਾ। ਉਸ
ਪਵਿੱਤਰ ਬਹਾਉ ਨੂੰ ਫਿਰ ਸਾਗਰ ਰੂਪ ਕਰ ਰਿਹਾ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਆਪਣੇ ਅੰਗ ਦੇ ਨਾਲ ਲਗਾ ਕੇ, ਜਿਵੇਂ ਆਪਣੀਆਂ ਲਹਿਰਾਂ ਨਾਲ ਲਗਾ ਕੇ ਸਾਗਰ ਦਰਿਆਵਾਂ ਨੂੰ ਸਾਗਰ ਕਰ ਲੈਂਦਾ ਨਾ, ਇਸ ਤਰ੍ਹਾਂ ਗੁਰੂ ਨਾਨਕ ਨੇ ਭਾਈ ਲਹਿਣਾ ਨੂੰ ਗੁਰੂ ਅੰਗਦ ਕਰ ਲਿਆ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ। ਉਹਨਾਂ ਨੇ ਫਿਰ ਉਸੇ ਸ਼ਬਦ ਨੂੰ ਖੁੱਲ੍ਹਾ ਵਰਤਾ ਦਿੱਤਾ, ਜਿਵੇਂ ਬਾਰਿਸ਼ ਹੋ ਜਾਂਦੀ ਹੈ। ਬੜੇ ਗਹਿਰੇ ਬੋਲ ਹਨ ਭੱਟ ਜਨਾਂ ਦੇ, ਸਮਰਪਿਤ ਹੁੰਦਿਆਂ ਸਜਦਾ ਕਰਦਿਆਂ ਕਹਿੰਦੇ ਨੇ, ਫਿਰ ਕਹਿੰਦੇ ਨੇ ਗੁਰ ਅਮਰਦਾਸ ਕੀ ਅਕਥ ਕਥਾ। 12 ਸਾਲ ਗਾਗਰ ਦੀ ਸੇਵਾ, ਪਰ ਰਸਨਾ ਤੋਂ ਫਿੱਕਾ ਬੋਲ ਇੱਕ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਮੈਂ ਕਈ ਵਾਰੀ ਸੋਚਦਾ, ਹੈਰਾਨ ਹੁੰਦਾ ਬਈ ਮਹਾਰਾਜ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਦੇ ਸਨ। 2 ਵਜੇ ਬਣਦਾ ਹੈ ਸਵਾ ਪਹਿਰ, 2 ਵਜੇ ਇਸ਼ਨਾਨ ਕਰਦੇ ਸਨ। ਤੇ ਉਸ ਇਸ਼ਨਾਨ ਤੋਂ ਪਹਿਲਾਂ ਦਰਿਆਏ ਬਿਆਸ ਤੋਂ ਜਾ ਕੇ ਜਲ ਲੈ ਆਉਣਾ, ਤੇ ਇਸ਼ਨਾਨ ਕਰਨ ਲਈ ਮੌਸਮ ਮੁਤਾਬਕ ਜਲ ਤਿਆਰ ਕਰਨਾ। ਤਾਂ ਇਹਦਾ ਮਤਲਬ ਹੈ ਰਾਤ ਸੌਂਦੇ ਨਹੀਂ ਸਨ ਗੁਰੂ ਅਮਰਦਾਸ। ਜੇ ਸੌਂ ਜਾਵਣ ਫਿਰ ਇਹ ਸੇਵਾ ਹੋ ਹੀ ਨਹੀਂ ਸਕਦੀ। ਫਿਰ ਐਸਾ ਵੀ ਨਹੀਂ ਬਈ ਮਹਾਰਾਜ ਜੀ ਦਾ ਇਸ਼ਨਾਨ ਕਰਾ ਕੇ ਬਸਤਰ ਪਹਿਨਾ ਕੇ ਤੇ ਗੁਰੂ ਅੰਗਦ ਦੇਵ ਦੀਵਾਨ 'ਚ ਆ ਗਏ ਹੋਣ ਤੇ ਬਾਬਾ ਅਮਰਦਾਸ ਜੀ ਨੇ ਕਿਹਾ ਹੋਵੇ ਮਹਾਰਾਜ ਮੈਂ ਥੋੜ੍ਹਾ ਜਿਹਾ 2 ਕੁ ਪਹਿਰ ਸੌਂ ਕੇ ਆਉਂਦਾ। ਗੈਰ ਹਾਜ਼ਰੀ ਨਹੀਂ, ਮਿਠਾਸ ਬੜੀ ਹੈ, ਸਤਿਕਾਰ ਬੜਾ ਹੈ। ਸਿੰਘਾਸਣ ਤੇ ਬੈਠਣ ਤੋਂ ਬਾਅਦ ਵੀ ਜਦ ਬਾਬਾ ਦਾਤੂ ਜੀ ਨੇ ਲੱਤ ਨਾਲ ਪ੍ਰਹਾਰ ਕੀਤਾ ਨਾ, ਅਕਥ ਕਥਾ ਇਸ ਲਈ ਕਿਹਾ, ਅਕਥ ਹੈ ਕਥਾ, ਬਿਆਨ ਨਹੀਂ ਹੋ ਸਕਦੀ। ਆਖਣ ਲੱਗੇ ਇੱਕ ਤੋਂ ਸੇਵਾ ਕਰਤ ਰਹਿਓ ਹੋ, ਦੁਤੀਆ ਬਹਿ ਤੇ ਬਿਰਧ ਪਇਓ ਹੋ, ਤਾਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮ੍ਰਿਦੁਲ ਮੈਂ ਥੋਰਾ। ਐਨੀ ਕੱਸ ਕੇ ਲੱਤ ਮਾਰੀ ਹੈ, ਮੇਰਾ ਸਰੀਰ ਪਿਛਾਂ ਡਿੱਗ ਪੈਣ ਲੱਗਾ ਸੀ। ਪਤਾ ਨਹੀਂ ਤੁਹਾਡੇ ਚਰਨ ਨੂੰ ਕਿੰਨੀ ਕੁ ਸੱਟ ਲੱਗੀ ਹੋਵੇਗੀ। ਮੈਂ ਅਰਜ਼ ਕਰਦਾ ਇਸ ਲਈ ਅਕਥ ਕਥਾ, ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਕੋਈ ਪੱਖ ਜੀਵਨ ਦਾ ਦੇਖ ਲਓ, ਜਿਹਨੂੰ ਕਿਹਾ ਸੀ ਕੋਈ ਪੁੱਛੇਗਾ ਨਹੀਂ, ਉਸ ਭਾਈ ਜੇਠਾ ਜੀ ਨੂੰ ਆਪਣਾ ਪਿਆਰ ਦਿੱਤਾ, ਆਪਣੀ ਪੁੱਤਰੀ ਦਿੱਤੀ, ਆਪਣਾ ਸਿੰਘਾਸਣ ਦਿੱਤਾ ਤੇ ਬਾਕੀ ਰਹਿੰਦੀ 7 ਸਾਲ ਉਮਰ ਵੀ ਦਿੱਤੀ। ਇਸ ਲਈ ਇਹ ਕਥਾ ਬਿਆਨ ਕਰਨ ਤੋਂ ਬਾਹਰੀ ਹੈ। ਪ੍ਰੇਮ ਜਗਤ ਦੀ ਇਹ ਕਥਾ ਹੈ, ਅਕਥ ਕਥਾ ਹੈ। ਭੱਟ ਜਨ ਕਹਿੰਦੇ ਨੇ ਇੱਕ ਜੀ ਮਜਬੂਰੀ ਹੈ। ਸਾਧ ਸੰਗਤ ਹੁਣ ਮੇਰੀ ਵੀ ਮਜਬੂਰੀ ਹੈ, ਟਾਈਮ ਓਵਰ ਹੋ ਚੱਲਿਆ। ਹਰ ਵਾਰੀ ਸਮਾਂ ਮੁੱਕ ਜਾਂਦਾ ਹੈ, ਸਿਫਤ ਨਹੀਂ ਮੁੱਕਦੀ। ਇੱਕ ਜੀ ਕਸ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ, ਗੁਰੂ ਰਾਮਦਾਸ ਕੋ ਮਿਲੀ ਬੜਾਈ। ਜਿਹੜਾ ਰਾਮ ਰੂਪ ਪ੍ਰਭੂ ਰੂਪ ਗੁਰੂ ਅਮਰਦਾਸ ਜੀ ਦਾ ਸੇਵਕ ਬਣ ਗਏ ਭਾਈ ਜੇਠਾ ਜੀ, ਇਹ ਹੁਣ ਵਡਿਆਈਆਂ ਉਹਨਾਂ ਕੋਲ ਨੇ। ਇਹ ਪਾਵਨ ਬਚਨ ਹਨ। ਅੱਜ ਇੰਨੇ ਹੀ ਬਚਨ ਪ੍ਰਵਾਨ ਕਰਨਾ। ਆਉਣ ਵਾਲੇ ਦਿਨਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੋਹ ਸੁਦੀ 7ਵੀਂ ਪਾਵਨ ਪ੍ਰਕਾਸ਼ ਦਿਵਸ 7, 8, 9 ਜਨਵਰੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਸ਼ਵ ਭਰ ਤੋਂ ਸੰਗਤਾਂ ਪਹੁੰਚ ਕੇ ਮਨਾ ਰਹੀਆਂ ਹਨ। ਮੈਂ ਮਾਨਨੀय ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਹੈ। ਵੈਸੇ ਜਥੇਦਾਰ ਨੂੰ ਆਗਿਆ ਕਰਨ ਦਾ ਵੀ ਹੱਕ ਹੁੰਦਾ, ਉਹਨਾਂ ਦੀ ਮਰਜ਼ੀ ਹੈ, ਭਾਵੇਂ ਬੇਨਤੀ ਮੰਨ ਲੈਣ, ਵੱਡੇ ਭਰਾ ਨੇ, ਇਸ ਲਈ ਮੈਂ ਬੇਨਤੀ ਕੀਤੀ ਹੈ, ਜਾਂ ਹੁਕਮ ਮੰਨ ਲੈਣ, ਇਹਨਾਂ ਦੀ ਮਰਜ਼ੀ ਹੈ। ਭਾਵੇਂ 6 ਤਰੀਕ ਆ ਕੇ ਹੀ, ਕਿਉਂਕਿ ਇੱਥੇ ਇਹਨਾਂ ਦੇ ਬੜੇ ਰੁਝੇਵੇਂ ਨੇ। 2 ਸਾਲ ਪਹਿਲਾਂ ਵੀ ਇਹਨਾਂ ਨੂੰ ਬੇਨਤੀਆਂ ਕੀਤੀਆਂ ਤੇ ਉਹ ਗੱਲ ਰਹਿ ਗਈ। ਤੇ ਭਾਵੇਂ 6 ਤਰੀਕ ਆ ਕੇ ਇੱਕ ਹਾਜ਼ਰੀ ਭਰ ਜਾਣ। ਮਹਾਰਾਜ ਦੀਆਂ ਅਸੀਸਾਂ ਇਹਨਾਂ ਨੂੰ ਬਹੁਤ ਮਿਲੀਆਂ ਹੋਈਆਂ ਨੇ। ਹੋਰ ਅਸੀਸਾਂ ਦੀ ਦਾਤ ਗੁਰੂ ਝੋਲੀ 'ਚ ਪਾਵੇ ਤੇ ਇਸੇ ਤਰ੍ਹਾਂ ਹੀ ਸਮਰਪਿਤ ਹੋ ਕੇ ਸੇਵਾ ਕਰਦੇ ਰਹਿਣ। ਜਥੇਦਾਰ ਅਵਤਾਰ ਸਿੰਘ ਜੀ ਹਿੱਤ ਮੁੱਖ ਸੇਵਾਦਾਰ ਹਨ। ਸਰਦਾਰ ਇੰਦਰਜੀਤ ਸਿੰਘ ਜੀ ਜਨਰਲ ਸਕੱਤਰ, ਉਹਨਾਂ ਨੇ ਵੀ ਮੈਨੂੰ ਕੱਲ੍ਹ ਕਿਹਾ ਵੀ ਸਾਡੇ ਵੱਲੋਂ ਸਾਰੇ ਬੰਗਲਾ ਸਾਹਿਬ ਨਾਲ ਜੁੜੇ ਹੋਏ ਹਿਰਦਿਆਂ ਨੂੰ ਸੱਦਾ ਦੇ ਦੇਣਾ।
ਬਈ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਟਨਾ ਸਾਹਿਬ ਮਨਾਉਣਾ। ਮੈਂ ਉਹ ਸੱਦਾ ਆਪਣੇ ਵੱਲੋਂ ਵੀ ਤੇ ਪ੍ਰਬੰਧ ਵੱਲੋਂ ਵੀ ਆਪ ਜੀ ਨੂੰ ਦੇਣਾ ਚਾਹੁੰਦਾ। ਮਾਨਨੀय ਪ੍ਰਬੰਧਕ ਸਾਹਿਬਾਨ ਸਾਰਿਆਂ ਦਾ ਦਾਸ ਧੰਨਵਾਦੀ ਹੈ। ਮਾਨਨੀय ਸਿੰਘ ਸਾਹਿਬ ਜੀ ਦਾ ਧੰਨਵਾਦੀ ਹੈ। ਤੇ ਜਿਨ੍ਹਾਂ ਦੀ ਅੱਜ ਕਥਾ ਸੀ ਹਰਗ੍ਰੰਥੀ ਸਾਹਿਬ ਗਿਆਨੀ ਬਚਿੱਤਰ ਸਿੰਘ ਜੀ ਦੀ, ਸ਼ਾਇਦ ਮੈਨੂੰ ਪਤਾ ਲੱਗਿਆ, ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਆਉਂਦਿਆਂ ਸਾਰ ਕਿਹਾ ਵੀ ਸਾਡੀ ਜਗ੍ਹਾ ਹਾਜ਼ਰੀ ਭਰ ਲਓ। ਪ੍ਰਬੰਧ ਸਾਰੇ ਦਾ ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਜੋ ਪ੍ਰਤੱਖ ਹੀ ਬਿਰਾਜਮਾਨ ਹਨ। ਬਾਰੰਬਾਰ ਸਭ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।